Let us welcome the biggest guest of the conclave till now, Harjot Singh Bains, Education Minister, Punjab. Let's welcome, sir. Thank you, boss. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਰਗੇਨਾਈਜ਼ਰਸ ਦਾ, ਇਨੀਸ਼ੀਏਟਿਵਸ ਆਫ ਚੇਂਜ ਦਾ, ਮੇਰੇ ਛੋਟੇ ਭਰਾ ਨਵਦੀਪ ਸਿੰਘ ਦਾ, ਉਸ ਪਰਮ ਮੌਕਾ ਦਿੱਤਾ ਇੱਕ ਦੂਜੇ ਦੇ ਰੂਬਰੂ ਹੋਣ ਦਾ। ਅੱਜ ਦਾ ਦਿਨ, ਅੱਜ ਦੀ ਸ਼ਾਮ ਤੇ ਅੱਜ ਦੀ ਇਹ ਆਡੀਅנס ਬਹੁਤ ਖਾਸ ਹੈ। ਵਾਈ ਟੂਡੇ ਇਜ਼ ਵੈਰੀ ਇੰਪੋਰਟੈਂਟ। ਅੱਜ ਦੀ ਇਹ ਸ਼ਾਮ ਬਹੁਤ ਇੰਪੋਰਟੈਂਟ ਹੈ। ਅੱਜ 14 ਅਗਸਤ ਹੈ। ਠੀਕ 75 ਸਾਲ ਪਹਿਲਾਂ ਉਹ 14 ਅਗਸਤ ਦੀ ਰਾਤ ਸੀ ਜਦੋਂ ਸਾਡੇ ਫਰਸਟ ਪ੍ਰਾਈਮ ਮਿਨਿਸਟਰ ਨਹਿਰੂ ਨੇ ਉਹ ਯਾਦਗਾਰ ਭਾਸ਼ਣ ਦਿੱਤਾ ਸੀ। In the stroke of midnight, when the world sleeps, India wakes. 75 ਸਾਲ ਪਹਿਲਾਂ ਸਾਨੂੰ ਆਜ਼ਾਦੀ ਮਿਲੀ ਸੀ। And why this audience is important? 1100-1200 ਬੱਚਾ ਬੈਠਾ ਜੀ। Average ਉਮਰ 15 ਸਾਲ ਹੈ। You know, we are the second most populated country. And as per the survey, within next 2-3 years, we will be the world's most populated country. But that is not important. What is important is that the world's second most populated country is the world's youngest country. Our 50% population is less than 25 years of age. 50% ਸਾਡੇ ਮੁਲਕ ਦੀ ਆਬਾਦੀ 25 ਸਾਲ ਤੋਂ ਥੱਲੇ ਹੈ। 60% 35 ਸਾਲ ਤੋਂ ਥੱਲੇ ਹੈ। ਤੇ ਅੱਜ ਦੀ ਇਸ ਆਡੀਅנס ਦੀ ਐਵਰੇਜ ਏਜ ਹੈ 15 ਸਾਲ। ਤੁਸੀਂ ਸੋਚਦੇ ਹੋਵੋਗੇ ਕਿ 15 ਸਾਲ ਦਾ ਬੱਚਾ ਕੀ ਕਰ ਸਕਦਾ। ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਨਾ ਚਾਹੁੰਦਾ। ਕਹਾਣੀ ਇੱਕ 14 ਸਾਲ ਦੇ ਬੱਚੇ ਦੀ ਜੋ ਆਪਣੇ ਵਤਨ ਦੇ ਵਿੱਚ, ਆਪਣੇ ਮੁਲਕ ਦੇ ਵਿੱਚ ਇੱਕ ਰੈਵੋਲੂਸ਼ਨ ਲੈ ਕੇ ਆਇਆ ਤੇ ਉਹ ਅੱਜ ਤੱਕ ਉਹ ਰੈਵੋਲੂਸ਼ਨ ਚੱਲ ਰਹੀ ਹੈ। ਦਿਸ ਇਜ਼ ਈਅਰ ਅਰਾਊਂਡ 2011 ਜਦੋਂ ਸਾਡੇ ਦੇਸ਼ 'ਚ ਵੀ ਇੰਡੀਆ ਅਗੇਂਸਟ ਕਰਪਸ਼ਨ ਆਈ ਸੀ, ਜਿਸ ਦੇ ਅਸੀਂ ਸਾਡਾ ਪ੍ਰੋਡਕਟ ਹੈ। ਉਹ ਇੱਕ ਇੱਦਾਂ ਦਾ ਸਾਲ ਸੀ ਦੁਨੀਆ ਦੇ ਉੱਤੇ ਜਿੱਥੇ ਆਲਮੋਸਟ ਇਨ ਮੈਨੀ ਨੇਸ਼ਨਸ ਦੇਅਰ ਵਾਸ ਅਰਬ ਸਪ੍ਰਿੰਗ। ਇਨ ਇੰਡੀਆ ਇਟ ਵਾਸ ਇੰਡੀਆ ਅਗੇਂਸਟ ਕਰਪਸ਼ਨ। ਬੱਚਾ ਜਿਸ ਦਾ ਨਾਮ ਹੈ ਮੁਆਵੀਆ ਸਿਆਸਨੇ। ਹਿਜ਼ ਨੇਮ ਇਜ਼ ਮੁਆਵੀਆ ਸਿਆਸਨੇ। ਉਹਦੀ ਉਮਰ ਕਿੰਨੀ ਹੈ? 14 ਸਾਲ। ਸੀਰੀਆ ਦਾ ਰਹਿਣ ਵਾਲਾ ਹੈ ਤੇ ਸੀਰੀਆ ਦੇ ਕੋਈ ਪ੍ਰਮੁੱਖ ਸ਼ਹਿਰ 'ਚ ਨਹੀਂ ਰਹਿੰਦਾ। ਸੀਰੀਆ ਦਾ ਇੱਕ ਬਹੁਤ ਸਾਈਡ ਤੇ ਸ਼ਹਿਰ ਹੈ, ਉਹਦਾ ਨਾਮ ਹੈ ਡੇਰਾ। ਡੇਰਾ ਸ਼ਹਿਰ ਦੇ ਇਸ ਮੁਆਵੀਆ ਸਿਆਸਨਾ ਬੱਚਾ ਜਿਹਦੀ 14 ਸਾਲ ਉਮਰ ਹੈ, ਇਹ ਸਕੂਲ ਜਾਂਦਾ, ਆਮ ਬੱਚਿਆਂ ਵਾਂਗੂ ਹੈ, ਖੇਡਦਾ, ਮਾਂ-ਬਾਪ ਤੋਂ ਡਾਂਟ ਪੈਂਦੀ, ਪਰ ਇਹਦੀ ਇੱਕ ਹੌਬੀ ਹੈ। ਕੀ ਹੈ ਕਿ ਉਹ ਰੇਡੀਓ ਦਾ ਸ਼ੌਕੀਨ ਹੈ। ਉਹ ਰੇਡੀਓ ਤੇ ਖਬਰਾਂ ਸੁਣਦਾ ਤੇ ਉਹ ਖਬਰਾਂ ਸੁਣਦਾ ਕਿ ਉਸਦੇ ਨੇਬਰ ਕੰਟਰੀਜ਼ ਅਰਬ ਸਪ੍ਰਿੰਗ ਲੋਕ ਆਪਣੇ ਹੱਕਾਂ ਦੇ ਲਈ ਖੜੇ ਹੋ ਚੁੱਕੇ ਆ। ਲੋਕ ਤਾਨਾਸ਼ਾਹੀਆਂ ਦੇ ਖਿਲਾਫ ਆਵਾਜ਼ ਚੁੱਕ ਚੁੱਕੇ ਆ। ਲੋਕ ਡਿਕਟੇਟਰਸ ਦੇ ਖਿਲਾਫ ਆਵਾਜ਼ ਚੁੱਕੇ ਆ। ਤੇ ਉਹਦੇ ਦਿਮਾਗ 'ਚ ਇੱਕ ਆਈਡੀਆ ਆਉਂਦਾ ਕਿ ਮੈਨੂੰ ਵੀ ਆਪਣੇ ਮੁਲਕ ਲਈ ਕੁਛ। ਰਿਮੈਂਬਰ ਹਿਜ਼ ਏਜ 14 ਇਅਰਸ। ਉਹ ਸਕੂਲ ਦੇ ਆਪਣੇ ਕੁਝ ਦੋਸਤਾਂ ਦੇ ਨਾਲ ਗੱਲ ਕਰਦਾ ਤੇ ਉਹ ਕੁਝ ਪੈਸਾ ਇਕੱਠਾ ਕਰਕੇ ਪੇਂਟ ਖਰੀਦਦੇ ਆ ਤੇ ਆਪਣੇ ਸ਼ਹਿਰ ਦੀ ਕੰਧ ਦੇ ਉੱਤੇ ਪਤਾ ਕੀ ਲਿਖ ਦਿੰਦੇ ਆ? ਯੋਰ ਟਰਨ ਡਾਕਟਰ। ਯੋਰ ਟਰਨ ਡਾਕਟਰ। ਇਸ ਦਾ ਮਤਲਬ ਹੈ, ਪੰਜਾਬੀ 'ਚ ਅਨੁਵਾਦ ਕਰੀਏ, ਕਿ ਡਾਕਟਰ ਹੁਣ ਤੇਰੀ ਬਾਰੀ ਹੈ। ਇਸ ਦਾ ਕੀ ਮਤਲਬ ਹੈ? ਸੀਰੀਆ ਦਾ ਜੋ ਡਿਕਟੇਟਰ ਹੈ, ਹੁਣ ਵੀ ਪ੍ਰੈਜ਼ੀਡੈਂਟ ਹੈ, ਉਹ ਡਾਕਟਰ ਬਸ਼ਰ ਅਲੀ ਅਸਦ ਹੈ। ਉਸ ਦਾ ਮਤਲਬ ਇਹ ਸੀ ਬਾਕੀ ਦੇਸ਼ਾਂ 'ਚ ਕ੍ਰਾਂਤੀ ਆ ਚੁੱਕੀ ਹੈ ਕਿ ਹੁਣ ਡਾਕਟਰ ਤੇਰੀ ਵਾਰੀ ਹੈ। ਉਹ ਇੱਕ ਸਲੋਗਨ, one graffiti written on the wall of a city by a 14-year kid and his friends
ਅੱਜ 10 ਸਾਲ ਤੋਂ ਅੱਜ 11-12 ਸਾਲ ਹੋ ਗਏ ਆ, ਹਜੇ ਤੱਕ ਉਹ ਰੈਵੋਲੂਸ਼ਨ ਚੱਲ ਰਹੀ ਹੈ। ਇਹ ਹੈ ਪਾਵਰ ਇੱਕ 14 ਸਾਲ ਦੇ ਬੱਚੇ ਦੀ। ਇਸ ਕਰਕੇ ਦਿਸ ਆਡੀਅੰਸ ਫॉर मी ਇਜ਼ ਵੈਰੀ ਇੰਪੋਰਟੈਂਟ, ਤੇ ਮੈਨੂੰ ਲੱਗਦਾ ਕਿ ਬਹੁਤ ਉਮੀਦਾਂ ਨੇ ਤੁਹਾਡੇ ਸਭ ਤੋਂ। ਤੇ ਜਦੋਂ ਮੈਂ ਅੱਜ ਹਰ ਘਰ ਦੇ ਉੱਤੇ ਅਸੀਂ ਤਿਰੰਗਾ ਲਹਿਰਾ ਰਹੇ ਹਾਂ, ਅਸੀਂ 75 ਸਾਲ ਆਪਣੀ ਆਜ਼ਾਦੀ ਦੇ ਮਨਾ ਰਹੇ ਹਾਂ, ਪਰ ਇਹ ਜਦੋਂ 75 ਸਾਲ ਦੇਖਦੇ ਹਾਂ ਤਾਂ ਇਸ ਤੋਂ ਪਿਛਲਾ ਇਤਿਹਾਸ ਵੀ ਦੇਖਣਾ ਪਊਗਾ। 200 ਸਾਲ ਦਾ ਫਰੀडम ਸਟਰਗਲ, ਆਲਮੋਸਟ 200 ਇਅਰਸ, 2 ਸੈਂਚਰੀਜ਼ ਦਾ, ਜਿਸ ਦੀ ਸ਼ੁਰੂਆਤ ਹੁੰਦੀ ਹੈ ਕੂਕਾ ਲਹਿਰ ਤੋਂ, ਫਿਰ ਮੰਗਲ ਪਾਂਡੇ, ਗਦਰੀ ਬਾਬੇ, ਫਿਰ ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਸਾਡੇ ਸ਼ਹਿਰ ਦੇ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਹੁਤ ਸਾਰੇ ਸ਼ਹੀਦ ਹਜ਼ਾਰਾਂ ਲੱਖਾਂ ਦੇ ਤਾਦਾਦ ਚੋਂ ਸ਼ਹਾਦਤਾਂ ਪ੍ਰਾਪਤ ਕਰ ਗਏ, ਜੇਲਾਂ ਕੱਟੀਆਂ, ਤੇ ਪਤਾ ਨਹੀਂ ਕਿੰਨਾ ਕੁਛ ਉਹਨੇ ਆਪਣੇ ਪਿੰਡੇ ਤੇ ਸਿਹਾ। ਇਹ ਆਜ਼ਾਦੀ ਸਾਨੂੰ ਸੌਖੀ ਨਹੀਂ ਮਿਲੀ। ਇਸ ਆਜ਼ਾਦੀ ਲਈ ਅਸੀਂ ਆਪਣਾ ਖੂਨ, ਆਪਣੇ ਘਰ, ਬਹੁਤ ਕੁਛ ਅਸੀਂ ਕੁਰਬਾਨ ਕੀਤੇ ਆ, ਤਾਂ ਜਾ ਕੇ ਅੱਜ ਅਸੀਂ ਇਸ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ। ਇਸ ਆਜ਼ਾਦੀ ਨੇ ਸਾਨੂੰ ਫਰੀडम ਦਿੱਤੀ ਹੈ ਕਿ ਅਸੀਂ ਇਸ ਮੰਚ ਤੇ ਆ ਕੇ ਕੁਝ ਵੀ ਬੋਲ ਸਕਦੇ ਹਾਂ, ਅਸੀਂ ਸਾਹਮਣੇ ਬੈਠ ਕੇ ਕੁਝ ਵੀ ਪੁੱਛ ਸਕਦੇ ਹਾਂ, ਅਸੀਂ ਫੇਸਬੁੱਕ ਦੇ ਉੱਤੇ ਕੁਝ ਵੀ ਕਮੈਂਟ ਕਰ ਸਕਦੇ ਹਾਂ, ਲਿਖ ਸਕਦੇ ਹਾਂ। ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਮਿਲੀ ਹੈ ਜੀ। ਇਸ ਤੋਂ ਪਹਿਲਾਂ ਮੇਰੀ ਤਿਰੰਗਾ ਯਾਤਰਾ ਸੀ, ਸਾਨੇਵਾਲ ਦੇ ਵਿੱਚ ਵੀ ਕੱਢ ਰਿਹਾ ਸੀ। ਜਦੋਂ ਮੈਂ ਲੁਧਿਆਣੇ, ਕਿਉਂਕਿ ਮੇਰੀ ਸਕੂਲਿੰਗ ਲੁਧਿਆਣੇ ਦੀ ਹੈ, ਮੈਂ ਸੈਕਰਡ ਹਾਰਟ BRS ਨਗਰ ਤੋਂ ਪੜ੍ਹਿਆ, ਉਸ ਤੋਂ ਬਾਅਦ KVM, ਤੇ ਮੈਂ ਸ਼ਹਿਰ ਦੇ ਮੇਰਾ ਸਾਰਾ ਬਚਪਨ ਇੱਥੇ ਬੀਤਿਆ। ਤਾਂ ਮੈਂ ਦੇਖ ਰਿਹਾ ਫਲਾਈਓਵਰ ਬਣ ਰਹੇ ਆ, ਨਵੀਂ ਇਮਾਰਤਾਂ ਬਣ ਰਹੀਆਂ, ਤਾਂ ਮੈਨੂੰ ਕਦੀ ਇਹ ਲੱਗਦਾ ਸੋਚ ਕੇ ਕਿ ਵਾਕਿਆ ਯਾਰ ਹਿੰਦੁਸਤਾਨ ਤਰੱਕੀ ਕਰ ਰਿਹਾ, ਇੰਡੀਆ ਇਜ਼ ਗਰੋਇੰਗ, ਬਣ ਰਹੇ ਆ, ਨਵੇਂ ਕੰਪਲੈਕਸ ਆ ਰਹੇ ਆ। ਪਰ ਜਦੋਂ ਹੀ ਮੈਂ ਸੋਚ ਰਿਹਾ ਸੀ, ਸਾਡੀ ਕਾਰ ਲਾਲ ਬੱਤੀ ਤੇ ਰੁਕੀ ਸੀ ਤੇ ਮੇਰੀ ਨਜ਼ਰ ਬਾਹਰ ਗਈ, ਤਾਂ ਮੈਂ ਦੇਖਿਆ ਸੜਕ ਤੇ ਹਜੇ ਵੀ ਬੱਚੇ ਝੰਡਾ ਵੇਚ ਰਹੇ ਆ। ਅਸੀਂ ਅੱਜ 75ਵੀਂ ਇੰਡੀਪੈਂਡੈਂਸ ਡੇ ਮਨਾ ਰਹੇ ਹਾਂ, ਪਰ ਉसी ਚੌਂਕ ਦੇ ਵਿੱਚ ਮੈਂ ਦੇਖਿਆ ਕਿ ਕੁਝ ਸਟਰੀਟ ਚਿਲਡਰਨ ਆਰ ਸੇਇੰਗ ਆ ਨੈਸ਼ਨਲ ਫਲੈਗ। ਫਿਰ ਤਿਰੰਗਾ ਯਾਤਰਾ ਕੱਢ ਰਹੇ ਸੀ ਜੀ, ਮੈਂ ਜੀਪ ਤੇ ਖੜ ਗਿਆ ਤੇ ਆਲੇ ਦੁਆਲੇ ਦੇਖ ਰਿਹਾ, ਮੈਂ ਦੇਖ ਰਿਹਾ ਰੋਡ ਸਾਈਡ ਦੇ ਉੱਤੇ ਹਰ 500-600 ਮੀਟਰ ਤੇ ਬਾਅਦ ਮੈਨੂੰ ਫਿਰ ਉਹ ਨਜ਼ਾਰਾ ਦਿਖ ਰਿਹਾ ਕਿ ਬੱਚੇ ਸਕੂਲਾਂ ਤੋਂ ਵਾਂਝੇ ਆ, ਕੋਈ ਪੌਟਸ ਬਣਾ ਰਹਾ, ਕਿ 75 ਸਾਲਾਂ ਬਾਅਦ ਵੀ ਅਸੀਂ ਇਹਨਾਂ ਨੂੰ ਸਿੱਖਿਆ ਨਹੀਂ ਦੇ ਸਕੇ, 75 ਸਾਲਾਂ ਬਾਅਦ ਵੀ ਅਸੀਂ ਇਹਨਾਂ ਨੂੰ ਛੱਤ ਨਹੀਂ ਦੇ ਸਕੇ। ਮੈਂ ਅਸੀਂ ਕਹਿ ਰਿਹਾ, ਆਈ ਐਮ not putting my responsibility to it. This is failure. This is our failure. Things are not good. ਮੈਨੂੰ ਮੇਰੀ ਜੌਬ ਮਿਲੀ ਹੈ as education minister. As Gauravdeep, he stated the facts very right. ਪੰਜਾਬ ਦੇ ਵਿੱਚ 20,000 ਸਕੂਲ ਹੈ ਜੀ, ਬਹੁਤ ਵੱਡਾ ਟਾਸਕ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ, ਸਵੇਰੇ 8 ਵਜੇ ਚਲੇ ਜਾਂਦਾ ਸਕੂਲਾਂ 'ਚ, ਆਪ ਵਿਜ਼ਿਟ ਕਰਦਾ। ਮੈਂ ਕਿਹਾ ਸਭ ਤੋਂ ਪਹਿਲਾਂ ਇੱਕ ਕੰਮ ਕਰਦਾ ਕਿ ਇੱਕ ਸਰਵੇ ਕਰਾਵਾਂ ਕਿ ਜੋ ਪ੍ਰੈਜ਼ੈਂਟ ਇਨਫਰਾਸਟ੍ਰਕਚਰ ਹੈ 20,000 ਸਕੂਲਾਂ ਦਾ, ਉਸਦੀ ਕੋਈ ਕਲਾਸੀਫਿਕੇਸ਼ਨ ਤਾਂ ਕਰੀਏ ABCD ਕੈਟਾਗਰੀ, ਕਿ ਕਿੰਨੇ ਮੇਰੇ ਸਕੂਲ ਹੈ A ਕੈਟਾਗਰੀ ਦੇ ਹੈ। ਬਾਈ A ਕੈਟਾਗਰੀ, ਇਹ ਨਹੀਂ ਮੈਂ ਕਹਿ ਰਿਹਾ ਉੱਥੇ AC ਲੱਗੇ ਹੋਣ, ਬਾਈ A ਕੈਟਾਗਰੀ ਆਈ ਮੀਨਸ ਜਿੱਥੇ ਇੱਕ ਸਾਫ ਸੁਥਰਾ ਕਲਾਸਰੂਮ ਹੈ, ਕੌਰੀਡੋਰ ਹੈ, ਡਰਿੰਕਿੰਗ ਵਾਟਰ ਹੈ, ਬਾਉਂਡਰੀ ਵਾਲ ਹੈ, ਪਲੇਗਰਾਊਂਡ ਹੈ, ਬਸ। ਦਿਸ ਇਜ਼ A ਕੈਟਾਗਰੀ ਫॉर मी, ਕਿ ਜਿੱਥੇ ਆਹ ਸਭ ਚੀਜ਼ਾਂ ਹੋਣ, ਮੇਰੇ ਲਈ A ਕੈਟਾਗਰੀ ਦਾ ਸਕੂਲ ਹੈ। ਫਿਰ B ਹੈ ਕਿ ਹਾਂ ਜਿੱਥੇ ਪੀਣ ਵਾਲਾ ਪਾਣੀ ਹੈ ਪਰ ਬਾਉਂਡਰੀ ਵਾਲ ਹੈ ਨਹੀਂ, ਦੈਨ C ਹੈ, ਦੈਨ D ਹੈ। 4 ਕੈਟਾਗਰੀ 'ਚ ਅਸੀਂ ਸਕੂਲ ਵੰਡੇ। ਹਜੇ ਵੀ ਉਹ ਸਰਵੇ ਚੱਲ ਰਿਹਾ, ਪਰ ਤੁਹਾਨੂੰ ਪਤਾ even less than 10% of the schools comes under category. ਜਦੋਂ ਐਗਜ਼ੈਕਟ ਫਿਗਰ ਆਊਗੀ ਮੈਂ ਸਭ ਦੇ ਨਾਲ ਸਾਂਝੀ ਕਰੂੰਗਾ। ਸਿਰਫ 10% ਤੋਂ ਵੀ ਘੱਟ ਇਦਾਂ ਦੇ ਸਕੂਲ ਹੈ ਪੰਜਾਬ 'ਚ, ਸਰਕਾਰੀ ਸਕੂਲ, ਜਿੱਥੇ ਆ ਮੈਂ ਬੇਸਿਕ ਬੁਨਿਆਦੀ ਢਾਂਚੇ ਕੀ ਹੈ, 4 ਦੀਵਾਰੀ, ਸਾਫ ਸੁਥਰੇ ਕਲਾਸਰੂਮ, ਬਲੈਕ ਬੋਰਡ ਔਰ ਵਾਈਟ ਬੋਰਡ ਔਰ ਗ੍ਰੀਨ ਬੋਰਡ, ਵਾਸ਼ਰੂਮਸ ਕਲੀਨ, ਡਰਿੰਕਿੰਗ ਵਾਟਰ ਤੇ ਪਲੇਗਰਾਊਂਡਸ, ਬਸ 10% ਵੀ ਹੈ ਨਹੀਂ। 400 ਇਦਾਂ ਦੇ ਸਕੂਲ ਹੈ ਜੋ ਟੀਚਰਲੈਸ ਹੈ,
1600 ਇਦਾਂ ਦੇ ਸਕੂਲ ਹੈ ਜਿੱਥੇ ਸਿੰਗਲ ਟੀਚਰ ਹੈ, ਬਿਕੋਜ਼ ਵੀ ਆਰ ਸ਼ਾਰਟ ਆਫ ਸਟਾਫ। ਦਿਸ ਇਜ਼ ਦ ਜੌਬ ਵਿਚ ਆਈ ਹੈਵ ਬੀਨ ਗਿਵਨ। ਪਰ ਭੱਜਾਂਗੇ ਨਹੀਂ, ਕੰਮ ਕਰਾਂਗੇ, ਬਹੁਤ ਸ਼ਾਨਦਾਰ ਕੰਮ ਕਰਾਂਗੇ, ਬਹੁਤ ਸ਼ਾਨਦਾਰ ਆਪਣੇ ਸਕੂਲਾਂ ਨੂੰ ਬਣਾਵਾਂਗੇ। ਪਰ ਇੱਥੇ 2011 ਚ ਜਾਣਾ ਚਾਹੂੰਗਾ। ਆਈ ਵਾਜ਼ ਲੱਕੀ। ਇਸੀ ਸ਼ਹਿਰ ਦਾ ਕਿੱਸਾ ਮੈਨੂੰ ਯਾਦ ਹੈ, ਮੇਰੀ ਜਰਨੀ ਕੁਛ ਆਪਣੀ ਜਰਨੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ। ਮੇਰੀ ਜਰਨੀ ਸ਼ੁਰੂ ਹੁੰਦੀ ਹੈ ਜਗਰਾਓਂ ਪੁਲ ਤੋਂ। ਆਈ ਵਾਜ਼ ਅ ਲਾਅ ਸਟੂਡੈਂਟ। ਉਸ ਤੋਂ ਪਹਿਲਾਂ ਵੀ ਮੇਰੇ ਜਿਵੇਂ ਇਨੀਸ਼ੀਏਟਰਸ ਆਫ ਚੇਂਜ ਹੈ, ਮੇਰੀ ਇੱਕ ਆਰਗੇਨਾਈਜੇਸ਼ਨ ਸੀ ਯੂਨਾਈਟਿਡ ਯੂਥ ਆਰਗੇਨਾਈਜੇਸ਼ਨ। ਉਸ ਦਾ ਇੱਕੋ ਹੀ ਨਾਰਾ ਸੀ ਕਿ ਯੂਥ ਇਜ਼ ਨਾਟ ਯੂਜ਼ਲੈਸ ਬਟ ਇਟ ਇਜ਼ ਯੂਜ਼ਡਲੈਸ। ਮੇਰਾ ਇੱਕੋ ਹੀ ਮਕਸਦ ਹੁੰਦਾ ਸੀ ਕਿ ਨੌਜਵਾਨਾਂ ਨੂੰ ਇਕੱਠੇ ਕਰਕੇ ਕਿਸੇ ਤਰੀਕੇ ਨਾਲ ਕੋਈ ਪੋਲੀਟੀਕਲ ਇਸ਼ੂ ਤੇ ਡਿਬੇਟ ਕਰਾ ਦੋ, ਬਸ। ਕਿਉਂਕਿ ਜਦੋਂ ਨੌਜਵਾਨ ਪੋਲੀਟੀਕਲ ਇਸ਼ੂ ਸਮਝਣ ਲੱਗ ਗਿਆ, ਦੇਸ਼ ਆਪਣੇ ਆਪ ਬਦਲ ਜਾਊਗਾ। ਉਸੇ ਦੌਰਾਨ ਇੰਡੀਆ ਅਗੇਂਸਟ ਕਰਪਸ਼ਨ ਆ ਗਿਆ। ਆਈ ਰਿਮੈਂਬਰ ਜਗਰਾਓਂ ਪੁਲ ਤੋਂ ਤਿਰੰਗਾ ਫੜ ਕੇ, ਹੱਥ ਮੋਮਬੱਤੀਆਂ ਫੜ ਕੇ ਰਾਤ ਨੂੰ ਲੀ ਬੈਰਨ ਚਲੇ ਜਾਣਾ, ਉਹ ਜਰਨੀ ਸ਼ੁਰੂ ਹੋਈ। ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ, ਮੈਨੂੰ ਅਰਵਿੰਦ ਜੀ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਮੈਂ ਉਹਨਾਂ ਨਾਲ 2-4 ਵਾਰੀ ਇੱਦਾਂ ਹੋਇਆ ਕਿ 2-3 ਦਿਨ ਅਸੀਂ ਕਿਸੇ ਧਰਮਸ਼ਾਲਾ ਦੇ ਥੱਲੇ ਇਕੱਠੇ ਸੁੱਤੇ ਹਾਂ। ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਲਾਈਨ 'ਚ ਲੱਗਣ ਦਾ ਕਿ ਅਸੀਂ ਆਪਣੇ ਬਰਤਨ ਰੱਖਣ ਜਾ ਰਹੇ ਹਾਂ ਤੇ ਉਹ ਮੇਰੇ ਅੱਗੇ ਲੱਗੇ, ਗੱਲਬਾਤ ਦਾ ਮੌਕਾ ਮਿਲਿਆ। ਅਸੀਂ ਕਿਹਾ ਕਿ ਅਸੀਂ ਤਾਂ ਜੀ ਸਮਾਜ ਸੇਵੀ ਲੋਕ ਹਾਂ ਤੇ ਅਸੀਂ ਸਿਰਫ ਡਿਮਾਂਡ ਕਰਦੇ ਹਾਂ। ਤਾਂ ਸਾਨੂੰ ਅਰਵਿੰਦ ਜੀ ਨੂੰ ਕਿਹਾ, ਵੱਡੇ ਵੱਡੇ ਪੋਲੀਟੀਸ਼ੀਅਨਸ ਨੇ, ਕਿ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਆ ਜਾਓ, ਇਲੈਕਸ਼ਨ ਲੜ ਕੇ ਦਿਖਾਓ, ਫਾਰਮ ਅ ਪੋਲੀਟੀਕਲ ਪਾਰਟੀ, ਕੰਟੈਸਟ ਇਲੈਕਸ਼ਨਸ ਐਂਡ ਦੈਨ ਡੂ ਸਮਥਿੰਗ। ਠੀਕ ਹੈ ਜੀ। ਅਰਵਿੰਦ ਜੀ ਨੇ ਪਾਰਟੀ ਬਣਾ ਲਈ। 2012 ਦੇ ਵਿੱਚ ਆਮ ਆਦਮੀ ਪਾਰਟੀ ਬਣੀ। ਦਿੱਲੀ ਦੇ ਵਿੱਚ ਪਹਿਲੀ ਸਰਕਾਰ ਬਣੀ ਜੀ, ਪਹਿਲੀ ਸਰਕਾਰ। ਇਟ ਹੈਜ਼ ਬੀਨ ਆਲਮੋਸਟ 9 years। ਅੱਜ ਦਿੱਲੀ ਦੇ ਕੰਮਾਂ ਨੂੰ ਦੁਨੀਆ ਮੰਨਦੀ ਹੈ। 1100 ਸਕੂਲ ਹੈ ਦਿੱਲੀ ਦਾ ਜੋ ਸ਼ਾਨਦਾਰ ਹੈ। I can bet students who were sitting over here are from one of the premium institutions of Ludhiana. ਤੁਸੀਂ ਮੇਰੇ ਨਾਲ ਚੱਲੋ, ਤੁਹਾਡੇ ਸਕੂਲ ਉਹਨਾਂ ਸਰਕਾਰੀ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਇੰਨੇ ਸ਼ਾਨਦਾਰ ਹੈ ਉਹ, ਇੰਨੇ ਸ਼ਾਨਦਾਰ। ਹੁਣੀ ਮੈਨੂੰ ਗੌਰਵ ਦੱਸ ਰਿਹਾ ਸੀ, this was his idea, this was initiators of change ਜਿਹਨੇ ਸਟਾਰਟਅਪਸ ਦੀ ਗੱਲ ਕੀਤੀ। ਦਿੱਲੀ ਵਿੱਚ ਪਿਛਲੇ 3 ਸਾਲਾਂ ਤੋਂ, ਅਸੀਂ ਹੁਣ ਪੰਜਾਬ 'ਚ ਵੀ ਸ਼ੁਰੂ ਕਰਾਂਗੇ ਇਸ ਸਾਲ, ਪਿਛਲੇ 3 ਸਾਲਾਂ ਤੋਂ ਇੱਕ ਪ੍ਰੋਗਰਾਮ ਚੱਲ ਰਿਹਾ ਜਿਹਦਾ ਨਾਮ ਹੈ ਬਿਜ਼ਨਸ ਬਲਾਸਟਰਸ। ਵਾਟ ਇਜ਼ ਅ ਬਿਜ਼ਨਸ ਬਲਾਸਟਰ? ਬਿਜ਼ਨਸ ਬਲਾਸਟਰ ਇਹ ਹੈ ਕਿ ਜਿਹੜੇ +1 +2 ਦੇ ਸਟੂਡੈਂਟਸ ਹੈ, ਉਹਨਾਂ ਨੂੰ 2000 ਰੁਪਇਆ ਪਰ ਸਟੂਡੈਂਟ ਮਿਲੂਗਾ। ਤੁਸੀਂ ਯੂ ਕੈਨ ਫਾਰਮ ਗਰੁੱਪਸ। ਤੁਸੀਂ 2 ਗਰੁੱਪ ਬਣਾ ਸਕਦੇ ਹੋ, 4 ਦਾ ਬਣਾ ਸਕਦੇ ਹੋ, ਮੈਕਸਿਮਮ 10। ਫੋਰ ਐਗਜ਼ਾਮਪਲ ਤੁਸੀਂ 10 ਸਟੂਡੈਂਟਸ ਦਾ ਗਰੁੱਪ ਬਣਾਇਆ, ਤੁਹਾਨੂੰ 20000 ਰੁਪਏ ਸਰਕਾਰ ਦਊਗੀ। This is your money, this is your seed money. Now come up with an idea, build a business idea. ਜੋ ਮਰਜ਼ੀ ਕਰ ਸਕਦੇ ਤੁਸੀਂ, ਕੋਈ ਵੀ ਐਂਟਰਪ੍ਰੀਨਰ ਆਈਡੀਆ ਲੈ ਕੇ ਆਓ, ਕੋਈ ਵੀ ਚੀਜ਼ ਬਣਾਓ, ਕੋਈ ਸਰਵਿਸ ਬੇਸਡ ਹੋ, ਐਂਡ ਦੈਨ ਦੇਰ ਇਜ਼ ਅ ਪ੍ਰੈਜੈਂਟੇਸ਼ਨ। ਤੇ ਜਿਹੜੇ ਬੈਸਟ ਆਈਡੀਆਜ਼ ਨੇ ਉਹਨਾਂ ਨੂੰ ਪ੍ਰੈਜ਼ੈਂਟ ਕਰਕੇ, ਜਿਹੜੇ ਤੁਸੀਂ ਕਹਿ ਸਕਦੇ ਹੋ ਵੱਡੇ ਇਨਵੈਸਟਰਸ ਆ, ਉਹਨਾਂ ਨੂੰ ਸ਼ੋਅ ਕੀਤਾ ਜਾਂਦਾ। ਦ ਪਰਪਸ ਇਜ਼ ਹਰ ਬੱਚੇ ਦੇ ਵਿੱਚ ਐਂਟਰਪ੍ਰੀਨਰਸ਼ਿਪ ਆਵੇ। ਤੇ ਉੱਥੇ ਗੌਰਵਦੀਪ ਨਹੀਂ ਕਰਦੇ, ਉੱਥੇ IOC ਨਹੀਂ ਕਰਦੇ, ਉੱਥੇ ਸਰਕਾਰ ਕਰਦੀ ਹੈ। ਐਂਡ ਦਿਸ ਈਅਰ ਦਿੱਲੀ ਦੇ ਪ੍ਰਾਈਵੇਟ ਸਕੂਲ 'ਚ ਵੀ ਕਰਤਾ ਕਿ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵੀ ਦਿੱਲੀ ਦੀ ਸਰਕਾਰ। ਐਂਡ ਆਈ ਐਮ ਹੈਪੀ ਟੂ ਟੈਲ ਯੂ ਆਲ ਕਿ ਇਸ ਵਾਰੀ ਪੰਜਾਬ ਦੇ ਵਿੱਚ ਵੀ ਪਾਇਲਟ ਹੋਊਗਾ। ਪੰਜਾਬ ਦੇ ਕੁਝ 100 ਸਕੂਲਾਂ ਦੇ, ਅਗਲੇ ਸਾਲ ਤੋਂ ਹਰ ਸੈਕੰਡਰੀ ਸਕੂਲ 'ਚ, ਬਟ ਟੂ ਬਿਗਿਨ ਵਿਦ 100 ਸਕੂਲਸ ਅਸੀਂ ਸਿਲੈਕਟ ਕਰਾਂਗੇ ਜਿਨ੍ਹਾਂ ਵਿੱਚ ਬਿਜ਼ਨਸ ਬਲਾਸਟਰ ਹੋਊਗਾ। 2000 ਰੁਪਇਆ ਪੰਜਾਬ ਦੇ ਬੱਚਿਆਂ ਨੂੰ ਵੀ ਮਿਲੂਗਾ। They might fail, ਉਹਨਾਂ ਦੇ ਵਿੱਚੋਂ 99% ਫੇਲ ਹੋਣਗੇ, 1% ਦਾ ਆਈਡੀਆ ਕਾਮਯਾਬ ਹੋਊਗਾ। The purpose is not ਕਿ ਉਹ ਸਕਸੈਸ ਹੋਣ ਜਾਂ ਫੇਲ ਹੋਣ, purpose is that ਕਿ ਉਹਨਾਂ ਦਾ ਦਿਮਾਗ ਕੰਮਕਾਰ ਵੱਲ ਲੱਗੇ, ਐਂਟਰਪ੍ਰੀਨਰਸ਼ਿਪ, ਨੌਕਰੀ ਦੇਣ ਵਾਲੇ ਬਣ ਜਾਣ।
यही कारण है जी। That's why I say I'm a proud student of Arvind Kejriwal School of Politics. मेरे वर्गा शख्स, मैनू बचपन तो पता सी मैनू राजनीति करनी है, नॉट इसलिए नहीं कि मैनू विधायक मंत्री बनना, मैनू सी कि मैं कुछ कर सकता, कि मैं बदलाव लेके मैं किहड़ी पार्टी च जांदा जी। मेरे कमरे दे विच श्री भगत सिंह दी फोटो सी, मेरी किताब दे विच भगत सिंह दी फोटो सी, पर मैं किहड़ी पार्टी च जांदा। उन्हां पार्टियां ने देखिया सी सब कुछ। ये सिर्फ आम आदमी पार्टी जिथे प्लेटफॉर्म मिल सकता। We have 92 MLAs ਤੇ ਉਹਨਾਂ 92 ਦੇ ਵਿੱਚ 80 ਫਸਟ ਟਾਈਮਰਸ ਨੇ, 80 MLAs ਆ ਫਸਟ ਟਾਈਮਰਸ। We have an MLA of 27 years, 28 years, 29 years, 30 years, 31 years, 32 years, 33 years, 34 years, 35 years, ਸਾਰੇ ਉਮਰਾਂ ਦੇ MLA ਸਾਡੇ ਕੋਲ। ਮੇਰੇ ਫਾਦਰ ਇੱਕ ਆਮ ਇਨਸਾਨ ਨੇ, ਮੇਰੇ ਘਰੇ ਕੋਈ ਸਰਪੰਚ ਵੀ ਨਹੀਂ ਬਣਿਆ। 31 ਸਾਲ ਦਾ ਆਮ ਘਰ ਦਾ ਨੌਜਵਾਨ अगर कैबिनेट मंत्री बन सकता, वो सिर्फ ਅਤੇ सिर्फ आम आदमी पार्टी से, बिकॉज इट्स अ पार्टी ऑफ यूथ। एंड द रीजन आई जॉइंट इज वेरी सिंपल। जो उदों सी अज भी वही रीजन है, पर अगले साल वो रीजन नहीं रहूगा, अद्धा तो कल ही हट जाऊगा। आई हैव अ क्वेश्चन टू आस्क। 75 साल की आजादी तो बाद, it is 75 years of independence, so many chief ministers, so many ministers, so many prime ministers, so many MLAs. Can you name one dispensary, government dispensary, which provides you a doctor, which provides you tests and which provides you medicine? Single government dispensary in Ludhiana, पंजाब दा सब तो बड़ा शहर है। एक सरकारी डिस्पेंसरी दस दो जिथे डॉक्टर भी होवे, टेस्ट भी होण ते दवाइयां भी मिलन। 75 सालां च नहीं है ना। कल तो बाद तुसी दस सकते हो, कल 75 आम आदमी क्लिनिक खुल रहे ने, लुधियाने शहर च भी खुल रहे ने। एंड दीज clinics will provide you a doctor, will provide you basic tests and all the medicine. कल तो बाद ऐदां दे क्लिनिक होणगे 75 ते कुछ महीने दे सैकड़े हो जाणगे, सैकड़े, हंड्रेड्स, जिथे तुहानू डॉक्टर भी मिलूगा, टेस्ट भी होणगे, जिथे दवाइयां भी मिलणगियां। अगेन क्वेश्चन इज सेम। तुसी सारे बहुत शानदार स्कूल आए हो, मैं देख रहा हूं, देयर इज DAV, देयर इज Ryan, देयर इज मेनी अदर स्कूल्स, द प्राइमरी स्कूल्स ऑफ लुधियाना, तुसी सारे उत्थे आए हो। मैनू एक सरकारी स्कूल दस जो 75 साल की आजादी तो बाद पंजाब के सब तो शानदार शहर दे विच एक सरकारी स्कूल दस दो जो थोड़े स्कूल दे होवे। नेम सिंगल। फॉरगेट अबाउट 20,000 schools, forget about 2,000 schools, single we don't have, साडे कोल एक भी नहीं है। 75 साल च असीं कीता की है जी? जे अगर असीं सिक्ख्या ते सेहत, if we can't ensure health and education, then what is the use of this nation? शहीद आजम भगत सिंह क्यों फांसी चढ़े होंगे? क्यों चढ़े होंगे जी? क्यों शहीद सुखदेव शहीद होए होंगे? की ट्रिब्यूट है कि 75 साल बाद भी असीं एक भी स्कूल उदां दा नहीं दे सके किते इदां दे। मैं सड़कां ते लुधियाने शहर तो बहुत खड़दे आ बच्चे, थोड़े वर्गे छोटे छोटे बच्चे खड़े होंदे आ लैके डोनेशन बॉक्स कि जी वो फलाना बच्चा बीमार है, उसके हार्ट का ऑपरेशन होना, उसके किडनी का ऑपरेशन होना, ਉਹਦੇ ਲਈ कलैक्शन करते हैं। सानू क्यों कलैक्ट करनी पवे? असीं टैक्स दिंदे हैं, असीं सवेर शाम तक टैक्स दिंदे हैं, ते की साडी बेसिक साडी सरकार सानू इंश्योर नहीं कर सकती जे अगर मैनू कुछ हो जाए तो हाँ इहदा बेसिक इलाज होऊगा। हाँ ठीक है, मेरे को बहुत ज़्यादा पैसे है, मैं 5 स्टार हॉस्पिटल च इलाज कराना, करा लो भी, कराओ जाके फोर्टिस च इलाज, कराओ जाके मैक्स च इलाज, कोई नहीं रोकता, बनन 5 स्टार हॉस्पिटल। I am unemployed. What if I am facing a financial crunch and I got some disease or met with an accident? Who will look after me? Isn't it a responsibility of my state? No. Why my friends should stand on streets
ਡਿਮਾਂਡਿੰਗ ਮਨੀ? ਨਹੀਂ ਜੀ, ਇਹਨਾਂ ਗੱਲਾਂ ਤੇ ਕੋਈ ਗੱਲ ਹੀ ਨਹੀਂ ਕਰਦਾ। ਤੇ ਜਦੋਂ ਕੋਈ ਗੱਲ ਕਰਨ ਲੱਗਾ ਉਹ ਕਹਿੰਦੇ ਫ੍ਰੀ ਦੀ ਰਾਜਨੀਤੀ ਹੁੰਦੀ ਹੈ ਜੀ, ਇਹ ਤਾਂ ਮੁਫਤਖੋਰੀ ਪਾ ਰਹੇ ਆ। ਦੁਨੀਆ ਦੇ ਬੈਸਟ ਮੁਲਕ ਲੈ ਲਓ ਜੀ, ਕਿ ਯੂਐਸ ਦੇ ਵਿੱਚ ਐਜੂਕੇਸ਼ਨ ਫ੍ਰੀ ਨਹੀਂ, ਕਿ ਯੂਐਸ ਦੇ ਵਿੱਚ ਤੁਹਾਡਾ ਹੈਲਥ ਫੈਸਿਲਿਟੀਜ਼ ਨਹੀਂ, ਕਿ ਕੈਨੇਡਾ 'ਚ ਨਹੀਂ ਫ੍ਰੀ, ਕਿ ਯੂਕੇ 'ਚ ਨਹੀਂ ਫ੍ਰੀ, ਕਿ ਆਸਟ੍ਰੇਲੀਆ 'ਚ ਨਹੀਂ ਫ੍ਰੀ, ਕਿ ਫਿਨਲੈਂਡ 'ਚ ਨਹੀਂ ਫ੍ਰੀ। ਮੇਰਾ ਇੱਕ ਦੋਸਤ ਹੈ ਜੀ, ਹੀ ਇਜ਼ ਅ ਡਾਕਟਰ, ਹੀ ਇਜ਼ ਅ ਗ੍ਰੀਨ ਕਾਰਡ ਹੋਲਡਰ। ਕੋਵਿਡ ਆਇਆ ਜੀ, ਹੁਣ ਮੈਨੂੰ ਫੋਨ ਆਇਆ ਇੱਕ ਦਿਨ, ਕਹਿੰਦਾ ਹਰਜੋਤ ਬੜੀਆਂ ਐਸ਼ਾਂ ਨੇ ਜੀ। ਮੈਂ ਕਿਹਾ ਕੀ ਹੋਇਆ? ਕਹਿੰਦਾ I got $1,000 from US government because it was lockdown. ਉੱਥੇ lockdown ਲਾਇਆ, ਉਹਨੂੰ $1,000 US ਵਾਲੇ ਪਾਗਲ ਉਹ ਵੰਡ ਰਹੇ ਨੇ। ਉੱਥੇ ਲਾਅ ਕਿ ਅਗਰ ਤੁਸੀਂ ਅਨਐਮਪਲੋਇਡ ਹੋ ਜਾਂਦੇ ਹੋ, ਸਰਕਾਰ ਕਰ ਜਾਂਦੇ ਹੋ, ਇਹਦਾ ਮਤਲਬ ਉਹ ਫ੍ਰੀ ਦੇ ਨੋ। ਇੱਕ ਮੁਲਕ ਦਾ ਸਿਸਟਮ ਦਾ ਹੀ ਤਾਂ ਕਨਸੈਪਟ ਹੁੰਦਾ ਕਿ ਅਸੀਂ ਇੱਕ ਦੂਜੇ ਦੀ ਬਾਂਹ ਫੜ ਸਕੀਏ, ਅਸੀਂ ਇੱਕ ਦੂਜੇ ਦੀ ਮਦਦ ਕਰ ਸਕੀਏ। ਦੈਟ ਇਜ਼ ਵਾਈ ਗਵਰਨਮੈਂਟਸ ਆਰ। ਸਰਕਾਰਾਂ ਕਿਉਂ ਚੁਣਦੇ ਹਾਂ ਅਸੀਂ? ਸਰਕਾਰਾਂ ਸਿਰਫ ਮੰਤਰੀਆਂ ਨੂੰ ਗਨਮੈਨ ਤੇ ਕੋਠੀਆਂ ਦੇਣ ਲਈ ਨਹੀਂ ਹੁੰਦੀਆਂ। ਸਰਕਾਰਾਂ ਦਾ ਅਸਲੀ ਫਰਜ਼ ਸੀ, ਪਰ ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਅਸੀਂ 75 ਸਾਲਾਂ ਦੇ ਵਿੱਚ ਸਕੂਲ ਨਹੀਂ ਬਣਾ ਸਕੇ, ਹਸਪਤਾਲ ਨਹੀਂ ਬਣਾ ਸਕੇ, ਡਿਸਪੈਂਸਰੀਆਂ ਨਹੀਂ ਬਣਾ ਸਕੇ। ਤੇ ਜਦੋਂ ਕੋਈ ਕਰਨ ਲੱਗਾ ਤਾਂ ਉਹਨੂੰ ਮਜ਼ਾਕ ਬਣਾਓ, ਮਜ਼ਾਕ ਬਣਾਓ। Today stand into 2022, 75 ਸਾਲ ਹੋ ਗਏ। 2047 ਵੀ ਆ ਜਾਊਗਾ। Remember my words. 2047 will also come. We will still be standing on the same place if we don't follow the path of Arvind Kejriwal's school of politics. India can only be the greatest country if we follow this policy. सिर्फ आप क्यों? I have a logic. अपने स्कूल ठीक कर दो जी। ਜਦੋਂ ਸਕੂਲ ਠੀਕ ਹੋ ਗਏ, ਸਭ ਦੀ ਐਜੂਕੇਸ਼ਨ ਵਧੀਆ ਹੋ ਜੂਗੀ, 15 ਸਾਲ ਬਾਅਦ ਉਹ ਤੁਹਾਡੇ ਬੱਚੇ ਆਪਣੇ ਤੁਹਾਡੇ ਮੁਲਕ ਨੂੰ ਮਹਾਨ ਬਣਾ ਦੇਣਗੇ। ਸਿੰਪਲ। ਤੁਸੀਂ ਮੰਨਦੇ ਹੋ ਮੇਰੀ ਗੱਲ? ਦਿਸ ਇਜ਼ ਅ ਸਿੰਪਲ ਫਾਰਮੂਲਾ। ਬਟ ਨੋ, ਇਫ ਸਮਵਨ ਇਜ਼ ਡੂਇੰਗ, ਤੁਸੀਂ ਉੱਤੇ ਰੇਜ਼ ਕਰੋ ਕੁਐਸਚਨਸ। My younger friend Mr. Goyal, he said ਕਿ ਬਾਰ-ਬਾਰ ਸਾਨੂੰ ਕਿਹਾ ਜਾਂਦਾ ਕਿ ਰਾਜਨੀਤੀ ਚ ਨਾ ਆਓ। ਮੈਂ ਤਾਂ ਕਦੀ ਵੀ ਨਹੀਂ ਇਦਾਂ ਦਾ ਮੈਂ ਨਾ ਮੈਨੂੰ ਕਿਸੇ ਨੇ ਕਿਹਾ, ਨਾ ਮੈਂ ਇਦਾਂ ਸੁਣਾ ਤੇ ਨਾ ਮੈਂ ਇਦਾਂ ਕਵਾਂ। I will always say to you this is ਕਿ you must join politics। ਤੇ ਅਗਰ ਪੋਲਿਟਿਕਸ ਜੁਆਇਨ ਨਹੀਂ ਕਰਨੀ, ਘੱਟੋ ਘੱਟ ਤੁਹਾਨੂੰ ਬੇਸਿਕ ਨੌਲੇਜ ਅਬਾਊਟ ਪੋਲਿਟਿਕਸ ਜ਼ਰੂਰ ਹੋਣੀ ਚਾਹੀਦੀ। ਐਂਡ I give them a very big hand to IOC ਕਿ ਉਹ ਘੱਟੋ ਘੱਟ ਉਹਨੇ ਪੈਦਾ ਕੀਤਾ। You must know, and it should not be your father, it should be your telling you this। ਆਇਆ ਉਹ ਕਹਿ ਗਿਆ ਕਿ ਕੇਜਰੀਵਾਲ ਦੇ no, it should be your brain। ਜਿਹਨੂੰ ਆਪਾਂ ਹਿੰਦੀ ਕਹਿੰਦੇ ਆ, ਮੇਰੀ ਹਿੰਦੀ ਟੀਚਰ ਮੈਨੂੰ ਪਤਾ ਹੈ, ਮੈਨੂੰ ਹਿੰਦੀ ਬਹੁਤ ਖੂਬਸੂਰਤ ਵਰਡ ਨੂੰ ਸਿਖਾਇਆ ਸੀ ਜੋ ਮੈਨੂੰ ਬਹੁਤ ਸਹੀ ਲੱਗਦਾ, ਬਹੁਤ ਸੋਹਣਾ ਲੱਗਦਾ। ਉਹ ਵਿਵੇਕ। ਵਿਵੇਕ ਦਾ ਮੀਨਿੰਗ ਹੁੰਦਾ ਸਹੀ ਅਤੇ ਗਲਤ ਦੀ ਸੋਚਣ ਦੀ ਸ਼ਕਤੀ। ਸੋ that is important। It is not that your friend is from that party and you think, ਪਰ ਤੁਹਾਨੂੰ ਇੱਕ ਪਤਾ ਹੋਣਾ ਚਾਹੀਦਾ ਕਿ ਠੀਕ ਹੈ ਜੀ, ਇਸ ਪੋਲੀਟੀਕਲ ਪਾਰਟੀ ਦੀ ਚੱਲਣਾ ਠੀਕ ਹੈ, this is right and this is wrong। I request all to join politics। ਮੇਰੇ ਵਰਗਾ ਬੰਦਾ ਦੇਖੋ ਇੱਕ ਮੰਤਰੀ ਬਣਿਆ। ਮੇਰਾ ਇੱਕ ਸੁਪਨਾ ਹੁੰਦਾ ਸੀ। I have also studied bachelor's in social work। ਮੇਰੇ ਸਿਰਫ ਐਗਜ਼ਾਮ ਰਹਿ ਗਿਆ ਸੀ ਉਹਦੇ ਕਰਕੇ, ਬਟ ਪ੍ਰੈਕਟੀਕਲਸ ਐਂਡ ਐਵਰੀਥਿੰਗ ਵਾਸ ਡਨ। ਮੈਂ ਇਹ ਸੋਚਦਾ ਹੁੰਦਾ ਸੀ ਕਿ ਮੈਂ ਬੱਚਿਆਂ ਦੇ ਸਕੂਲ ਠੀਕ ਕਰੂੰਗਾ। ਤਾਂ ਮੇਰੇ ਬੈਠੇ ਬੈਠੇ ਖਿਆਲ ਆਇਆ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਲਗਾ ਦੇਵਾਂ, ਕਿੰਨੇ ਸਕੂਲ ਠੀਕ ਕਰ ਦੂੰਗਾ। ਪਹਿਲਾਂ ਇੱਕ ਸਕੂਲ ਬਣਾਉਂਗਾ, ਫਿਰ 2 ਬਣਾ ਦੂੰਗਾ, ਬਹੁਤ ਜ਼ਿਆਦਾ ਆਪਣੀ ਪੂਰੀ ਲਾਈਫ ਡੈਡੀਕੇਟ ਕਰ ਦੂੰਗਾ, 50-100 ਸਕੂਲ ਠੀਕ ਕਰ ਦੂੰਗਾ। ਐਂਡ ਦਿਸ ਇਜ਼ ਰਿਐਲਿਟੀ, ਆਈ ਐਮ ਨॉट ਲਾਈਂਗ ਟੂ ਯੂ। ਫਿਰ ਮੈਂ ਉਦੋਂ ਹੀ ਸੋਚਿਆ ਸੀ ਕਿ ਵਾਟ ਇਫ I am the education minister of Punjab। ਮੈਂ ਸਾਰੇ ਸਕੂਲ ਠੀਕ ਕਰ ਸਕਦਾ, ਸਾਰੇ ਪੰਜਾਬ ਦੇ ਸਕੂਲ ਠੀਕ ਕਰ ਸਕਦਾ। ਤੇ ਸ਼ਾਇਦ ਕਿਉਂਕਿ ਨਾ ਤਾਂ ਮੇਰੇ ਕੋਲ ਪੈਸਾ ਸੀ,
ना मेरे पिता इतने बड़े है, मेरे को कुछ भी नहीं सी। तो शायद वो किसी फिल्म का डायलॉग है ना कि अगर तुम किसी चीज नू सच्ची शरधा नाल चाहो तो दुनिया की सारी ताकत लगा देंदी है। तो मेरे नाल की होया ते टुडे आई स्टैंड बिफोर यू एज एजुकेशन मिनिस्टर एंड आई नो माई जॉब इज टफ। मैनू पता है मेरी जॉब बहुत टफ। मेरे जो सुपने पंजाब के स्कूलों तो वड्डे है, पर असी हारांगे नहीं, असी बहुत मेहनत कर रहे हैं। एंड आई एम वेरी हैप्पी कि मेरा 20,000 ਦੇ ਵਿੱਚੋਂ 50 ਦਾ बोझ ਤੁਸੀਂ ਅੱਜ ਲੈ ਲਿਆ। ਤੁਸੀਂ ਕਿਹਾ ਕਿ 50 ਸਕੂਲ ਤੁਸੀਂ ਸ਼ਾਨਦਾਰ ਕਰੋਗੇ। ਤੇ ਐਦਾਂ ਹੀ ਅਗਰ ਸਾਰੇ, ਕਿਉਂਕਿ ਇਹ ਸਾਡੀ ਕੰਟਰੀ ਹੈ, ਇਹ ਸਾਡਾ ਪੰਜਾਬ ਹੈ। ਜੌਨ ਐਫ ਕੈਨੇਡੀ ਬਹੁਤ ਹੀ ਮਹਾਨ ਕੋਟ ਹੈ ਜੋ ਮੈਨੂੰ ਬਚਪਨ ਤੋਂ ਵਧੀਆ ਲੱਗਦੀ ਹੈ। ਐਂਡ ਦਿਸ ਸ਼ੁੱਡ ਬੀ ਰਿਟਨ ਐਵਰੀਵੇਅਰ। ਇਹਨੂੰ ਸੜਕਾਂ ਤੇ ਲਿਖਣਾ ਚਾਹੀਦਾ। ਪਤਾ ਨਹੀਂ ਕਿਉਂ ਅਸੀਂ ਹਮੇਸ਼ਾ ਮੰਗਦੇ ਰਹਿੰਦੇ ਹਾਂ ਮੁਲਕ ਤੋਂ, ਕਦੀ ਦੇਣ ਦੀ ਗੱਲ ਨਹੀਂ ਕਰਦੇ। ਸੋ ਹੀ ਸੈਡ, ਡੋਂਟ ਆਸਕ what your country can do for you, but say what you can do for your country. This is a very important quote. डेढ़ एक्सपीरियंस है मेरा। दो किस्से थोड़े नाल शेयर करके अपनी गल खत्म करूंगा। एक बहुत तुसी मैनू याद है जदों मैनू स्कूल च खड़ा करते सी टीचर्स पुछण दे लई, सब नूं पुछदे सी की बनोगे की बनोगे की बनोगे। मैं कहता सी मैं देश बदलूंगा। कहते अच्छा कैसे बदलोगे? मैं पॉलिटिक्स में जाऊंगा। वो कहते पॉलिटिक्स में जाने नहीं तो बहुत पैसा चाहिए, बहुत पावर चाहिए। मैं क्या मैनू इहदी गल्लां दा नहीं पता, बस मैनू इन्ना पता मैं देश बदलूंगा। सो पीपल विल टेल यू दैट इट रिक्वायर्स अ लॉट ऑफ मनी, इट रिक्वायर्स लॉट ऑफ पावर। नो, इट ओनली रिक्वायर्स योर विल। मैं एक बहुत ही इमोशनल किस्सा दसदा तुहाडे नाल। मैं इस बार इलैक्शन लड़ रहा सी आनंदपुर साहब तो, मेरे पिंड है वो। तो मैं एक पिंड दे विच मीटिंग कर रहा सी, पिंड दी मीटिंग। तो जो मैं निकलिया तो एक बिल्कुल एक बजुर्ग औरत, शी मस्ट बी इन 80s, वो आई तो उन्हें आके मेरी मुट्ठी च कुछ फड़ाता। जो मैं आके अपनी गड्डी च देखिया तो एक 20 रुपए का नोट सीगा, वो 20 रुपए का नोट सी। तो उस तो बाद मैनू कोई बंदा मिलिया, वो कांग्रेस का लीडर सी। वो कहता तेरा जो ओपोनेंट है वो तो हुण बहुत अलर्ट हो गया, हुण वो करोड़ों रुपया खर्चूगा। आई रिप्लाइड टू हिम, मैं क्या उहदे कोल जिन्ने मर्जी करोड़ होण, पर उहदे कोल आह वाले 20 रुपए नहीं हैगे, आ 20 रुपए हराणगे उन्हें। ते मैं भी कहा सी उन्होंने, मैनूं याद अज भी, मैं क्या 20 रुपए हराणगे भी 20,000 तो वध वोटां दे नाल। आई वॉन विद 47,000 वोट्स। मेरी दुनिया की सब तो वड्डी दौलत वो 20 रुपए का नोट है। तो मैं रब तो ही मंगदा कि कभी भी वो विश्वास मैं ना तोड़ देवां, वो 20 रुपए मेरे तो ना चले जान, बाकी सब कुछ चले जाए। क्योंकि वो एक बहुत बड़ा ट्रस्ट सी, इस करके पैसा मायने नहीं रखता। एंड सेकेंड, इन दिस 150 डेज एक बड़ा मैनू इंज लगता, मैं 2017 तो बाद जो हारना बहुत जरूरी है जिंदगी च, मैं समझ गया सी। चाहे मैं कुछ ना भी बनता, पर मैनू ये पता सी मेरी हार ने एक बहुत बैलेंस इंसान बनाता। उस हार तो बाद मैं कई महीने अपने कमरे च बैठा। आई वेंट टू लंडन टू स्टडी। बहुत किताबां पढ़ियां, पढ़ना बहुत जरूरी है जी। जी स्कूल बुक्स छड़ के आदत बना लो, जो भी इंटरस्ट है थोड़ा, जिस मर्जी फिक्शन किसी भी चीज, नॉन फिक्शन, बट डू रीड। 2017 तो 2022 वाले हरजोत नूं अगर कुछ बनाया तो किताबां ने बनाया। मैं बहुत सारी किताबां पढ़ियां जी। मैं बहुत लोगों नूं सुनिया। मैं हर बंदे नूं रोक के कहती मैनूं सुनाओ सुनाओ, मैनू अपनी जिंदगी के तजर्बे दसो। तो मैनू बहुत कुछ सीखने को मिले जी। तो इस बार तो मैं उत्थे जो लंडन का एक किस्सा जो मैं उत्थे देखा, बहुत कुछ LSE ने सिखाया, बट एक चीज़ जो मैनू UK ने सिखाई वो ये सी, उत्थे तुसीं जो मर्जी बोल दो, लोग थानू कहते, लोग सानू ट्रस्ट करनगे। फॉर एग्जाम्पल मैं 3 बजे आना सी, जे मैं इत्थे 3 सवा 3 पुज्या, मैं आके गौरव नूं कह देवां कि यार नहीं उत्थे ट्रैफिक सी, साडी टायर दा साडी गड्डी दा टायर पंचर हो गया XYZ, तो गौरव नूं लगूगा झूठ ही बोलदा जी, तुरिया ही लेट होना। पर इन UK वॉट एवर यू से, पीपल विल ट्रस्ट यू अंटिल दे फाइंड के तुसीं थानू फड़ लैन रंगे हत्थी, वो थोड़े ते सच मनो, कहेंगे यार सच बोल रहा। 150 दिन का मेरा एक्सपीरियंस है। पता असीं क्यों असीं विश्वास करना हट गए। उन्होंने लगा कि हरजोत मंत्री पैसे तो खांदा ही होगा यार, वाए असीं एक दूजे दे उत्ते
विश्वास करना छड़ चुके हैं। दिस एज अ सोसाइटी ट्रबल्स मी। वी मस्ट ट्रस्ट पीपल, वी मस्ट गिव देम एन अपॉर्चुनिटी। पंजाब ने 92 सीटां देके बहुत वड्डी अपॉर्चुनिटी दी है, तो थिंग्स आर चेंजिंग एंड ट्रस्ट मी, थिंग्स विल चेंज। इन द लास्ट अगेन in this 150 days of my experience, another thing which troubles me is ਤੇ ਮੈਂ ਤੁਹਾਡੇ 'ਚ ਵੀ ਬਹੁਤ ਸਾਰੇ ਅਫਸਰ ਬਣਨਗੇ, ਤੁਹਾਡੇ ਵਿੱਚ ਬਹੁਤ ਸਾਰੇ ਗਵਰਨਮੈਂਟ ਜੌਬਸ ਜਾਣਗੇ। I rarely find someone coming to my office, ਮੇਰੇ ਆਫਿਸ ਤੱਕ ਇੱਕ ਵੀ ਟੀਚਰ ਨਹੀਂ ਆਇਆ, ਇੱਕ ਵੀ ਜਿਹੜਾ ਕਹੇ ਕਿ ਸਰ ਹਰਜੋਤ ਉਹ ਪੰਜਾਬ ਦਾ ਸਕੂਲ ਹੈ ਏਰੀਏ ਦਾ, ਇੱਕ ਵੀ ਟੀਚਰ ਨਹੀਂ ਮੈਂ ਉੱਥੇ ਜਾ ਕੇ ਕੰਮ ਕਰਨਾ ਚਾਹੁੰਦਾ। I get hundreds of applications. ਅਸੀਂ young teachers ਰੱਖੇ, ਸਰਕਾਰੀ ਨੌਕਰੀ ਮਿਲੀ, ਐਡਵਰਟਾਈਜ਼ਮੈਂਟ 'ਚ ਲਿਖਿਆ ਗਿਆ ਸੀਗਾ ਕਿ this job is for border areas. But after recruitment, a young teacher is sending me an abusive message on WhatsApp ਕਿ ਜੀ ਤੁਹਾਨੂੰ ਵੋਟ ਪਾਈਆਂ ਇਹ ਪਾਇਆ, ਮੈਨੂੰ ਤੁਸੀਂ ਚੱਕ ਕੇ 150 ਕਿਲੋਮੀਟਰ ਦੂਰ ਲਾਤਾ। ਕਿੰਨਾ ਕੁ ਪੰਜਾਬ ਹੈ। We are working hard and I request you all, ਜਦੋਂ ਤੁਸੀਂ ਹਮੇਸ਼ਾ ਉਹ ਕੋਟ ਯਾਦ ਰੱਖਿਓ ਕਿ don't ask what your country can do for you, but say what you can do for your country। ਤੁਹਾਡੇ ਵਿੱਚੋਂ ਟੀਚਰਸ ਬਣਨ ਜਿਹੜੇ ਕਹਿਣ ਕਿ ਉਹ ਵਾਲਾ ਸਕੂਲ ਰਹਿ ਗਿਆ ਸੀ ਉਹਨੂੰ ਜਾ ਕੇ ਠੀਕ ਕਰਾਂਗੇ, because you are the change which I see and I hope ਅਗਲੇ ਸਾਲ ਜਦੋਂ ਮੈਂ ਤੁਹਾਡੇ ਵਿੱਚ ਆਵਾਂ ਜਾਂ ਜਦੋਂ ਵੀ ਤੁਸੀਂ ਬੁਲਾਓ ਤਾਂ ਮੈਂ ਮੇਰੇ ਕੋਲ ਦੂਜੇ ਕੁਐਸਚਨ ਦਾ ਜਵਾਬ ਹੋਵੇ। ਮੈਂ ਤੁਹਾਨੂੰ ਪੁੱਛਾਂ ਕਿ ਲੁਧਿਆਣੇ ਦਾ ਕਿਹੜਾ ਸਕੂਲ ਹੈ ਜਿਹੜਾ ਕਿਹੜਾ ਸਰਕਾਰੀ ਸਕੂਲ ਹੈ ਜੋ ਤੁਹਾਡੇ ਸਕੂਲ ਨਾਲੋਂ ਵੀ ਬੈਟਰ ਹੋ, ਤੁਸੀਂ ਦੱਸ ਦਿਓ ਜੀ ਉਹ ਫਲਾਣਾ ਸਕੂਲ ਹੈ ਜੀ, ਉਹ ਸਾਡੇ ਸਕੂਲ ਨਾਲੋਂ ਵੀ ਬੈਟਰ ਹੈ। ਵਿਦ ਦਿਸ ਆਈ ਐਂਡ ਮਾਈ ਟੂਡੇ ਸਪੀਚ ਜੀ। ਬਹੁਤ ਖੁਸ਼ੀ ਹੋਈ ਆਪ ਸਭ ਨੂੰ ਮਿਲ ਕੇ, ਐਂਡ ਫਰੋਮ ਯੂ ਆਈ ਟੇਕ ਅ ਲੋਟ ਆਫ ਹੋਪ, ਫਰੋਮ ਯੂ ਆਈ ਟੇਕ ਅ ਲੋਟ ਆਫ ਸਟਰੈਂਥ, ਐਂਡ ਆਈ ਵੈਲਕਮ Gauravdeep for giving me this an opportunity, and more than that IOC ਜੋ ਕਰਨ ਜਾ ਰਹੀ ਹੈ 50 ਸਕੂਲਾਂ ਦੀ, ਸਾਨੂੰ ਬਹੁਤ ਲੋੜ ਹੈ ਜੀ, ਸਾਨੂੰ ਬਹੁਤ ਲੋੜ ਹੈ। ਸਾਰੇ ਆਓ, ਆਪਾਂ ਆਪਣੇ ਸਾਰੇ ਸਕੂਲ ਸ਼ਾਨਦਾਰ ਕਰੀਏ। ਬਹੁਤ ਬਹੁਤ ਧੰਨਵਾਦ। ਥੈਂਕ ਯੂ so much sir।